ਤੁਸੀਂ ਸੁਣ ਰਹੇ ਹੋ ਕਿਤਾਬ ਰੋਸ਼ਨ ਦਿਮਾਗ ਭਾਈ ਹਰਮਿੰਦਰ ਸਿੰਘ ਸੰਧੂ, ਲੇਖਕ ਬਲਜੀਤ ਸਿੰਘ ਖਾਲਸਾ। 5ਵੇਂ ਭਾਗ ਵਿੱਚ ਸੁਣੋ। ਅਹੁਦਾ ਛੱਡ ਰਿਹਾ ਹਾਂ, ਪੰਥ ਦੀ ਸੇਵਾ ਨਹੀਂ। ਜੋਧਪੁਰ ਜੇਲ੍ਹ ਚੋਂ ਸਰਦਾਰ ਹਰਮਿੰਦਰ ਸਿੰਘ ਸੰਧੂ ਦਾ ਪੱਤਰ। ਸੰਧੂ ਉੱਤੇ ਲਾਏ ਦੋਸ਼, ਆਪਾ ਵਿਰੋਧੀ ਅਤੇ ਜੇਲ੍ਹ ਵਿੱਚੋਂ ਜਥੇਬੰਦੀ ਦਾ ਮਾਰਗਦਰਸ਼ਨ। ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਹੁਦਾ ਛੱਡ ਰਿਹਾ ਹਾਂ, ਪੰਥ ਦੀ ਸੇਵਾ ਨਹੀਂ। ਕੇਂਦਰੀ ਜੇਲ੍ਹ ਜੋਧਪੁਰ, 15 ਮਾਰਚ 1987। ਸਤਿਕਾਰਯੋਗ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਦੀ ਕਿਰਪਾ ਸਦਕਾ ਚੜ੍ਹਦੀ ਕਲਾ ਵਿੱਚ ਹਾਂ। ਆਪ ਸਭ ਪੰਥਕ ਪਰਿਵਾਰ ਦੀ ਚੜ੍ਹਦੀ ਕਲਾ ਅਤੇ ਬਿਹਤਰੀ ਲਈ ਦਸ਼ਮੇਸ਼ ਪਿਤਾ ਦੇ ਦਰ ਤੇ ਹਮੇਸ਼ਾ ਅਰਦਾਸ ਕਰਦਾ ਹਾਂ। ਆਸ ਹੀ ਨਹੀਂ, ਦ੍ਰਿੜ ਨਿਸ਼ਚਾ ਹੈ ਕਿ ਇਸ ਘੋਰ ਸੰਕਟ ਦੇ ਦੌਰ ਵਿੱਚੋਂ ਖਾਲਸਾ ਪੰਥ ਸੁਰਖਰੂ ਹੋ ਕੇ ਨਿਕਲੇਗਾ। ਹਰ ਆਫਤ ਤੋਂ ਬਾਅਦ ਕੌਮ ਵਧੇਰੇ ਮਜ਼ਬੂਤ ਅਤੇ ਵਿਲੱਖਣ ਹੋ ਕੇ ਨਿਕਲੀ ਹੈ। ਇਤਿਹਾਸ ਸਾਖੀ ਭਰਦਾ ਹੈ। ਜ਼ਿੰਦਾ ਕੌਮਾਂ ਦੇ ਇਹੋ ਲੱਛਣ ਹੁੰਦੇ ਹਨ। ਨਿਸ਼ਾਨ ਜਹੀਂ ਹੈ ਜ਼ਮਾਨੇ ਮੇਂ, ਜ਼ਿੰਦਾ ਕੌਮੋਂ ਕਾ, ਤੇ ਸੁਬਹ ਸ਼ਾਮ ਬਦਲਤੀ ਹੈ ਉਨਕੀ ਤਕਦੀਰੇ। ਮੇਰੀ ਇਸ ਸੰਖੇਪ ਚਿੱਠੀ ਨੂੰ ਪੜ੍ਹ ਕੇ ਹੈਰਾਨ ਨਾ ਹੋਣਾ। ਤੁਸੀਂ ਜਥੇਬੰਦੀ ਤੋਂ ਇਲਾਵਾ ਜਾਤੀ ਤੌਰ ਤੇ ਮੇਰੇ ਸਮੇਤ ਕੁਝ ਵੀਰਾਂ ਲਈ ਮਹਾਨ ਯਤਨ ਕੀਤੇ। ਸਾਡੀ ਪੀੜ ਨੂੰ ਆਪਣੀ ਪੀੜ ਵਾਲੇ ਅਤੇ ਸਾਡੀ ਇੱਜ਼ਤ ਆਬਰੂ ਨੂੰ ਆਪਣੀ ਇੱਜ਼ਤ ਸਮਝਿਆ। ਉਲਟ ਦਿਸ਼ਾ ਵਿੱਚ ਸੋਚਣ ਵਾਲੇ ਵੀਰਾਂ ਨੇ ਕੋਈ ਕਸਰ ਨਹੀਂ ਛੱਡੀ। ਜੇ ਉਹਨਾਂ ਦੇ ਕਥਨ ਵਿੱਚ 1% ਵੀ ਸੱਚਾਈ ਹੁੰਦੀ ਤਾਂ ਆਪਾਂ ਨੂੰ ਡਿਫੈਂਡ ਕਰਨ ਦੀ ਬਜਾਏ ਖੁਦ ਪੰਥ ਕੋਲੋਂ ਐਗਜ਼ੈਂਪਲਰੀ ਪੁਨਿਸ਼ਮੈਂਟ, ਮਿਸਾਲੀ ਸਜ਼ਾ ਲੈ ਲੈਣੀ ਚਾਹੀਦੀ ਸੀ। ਪਰ ਤੁਸੀਂ ਸਭ ਤੋਂ ਜਾਣੂ ਹੋ, ਇਸ ਲਈ ਲਗਾਤਾਰ ਸਾਡੀ ਡਿਫੈਂਸ ਬਚਾਅ ਲਈ ਹੱਥ ਪੈਰ ਮਾਰਦੇ ਰਹੇ। ਬਹੁਤ ਜਥੇਬੰਦਕ ਐਨਰਜੀ ਊਰਜਾ ਇਸ ਪਾਸੇ ਲਾਈ ਗਈ ਹੈ। ਹੁਣ ਇਹਨਾਂ ਸੱਜਣਾ ਵੱਲੋਂ ਪੈਦਾ ਕੀਤੇ ਹਾਲਾਤਾਂ ਅਨੁਸਾਰ ਮੈਂ ਸੋਚਦਾ ਹਾਂ ਕਿ ਪੰਥ ਵਿੱਚ ਇਹ ਸੋਚ ਵੀ ਚੱਲ ਸਕਦੀ ਹੈ ਕਿ ਸੰਧੂ ਹੋਰੀ ਸ਼ਾਇਦ ਅਹੁਦੇ ਨਹੀਂ ਛੱਡਣਾ ਚਾਹੁੰਦੇ। ਸੋ ਜੇ ਮੇਰਾ ਅਹੁਦਾ ਛੱਡ ਕੇ ਇੱਕ ਆਰਡੀਨਰੀ ਆਮ ਮੈਂਬਰ ਵਜੋਂ ਕੰਮ ਕਰਨ ਨਾਲ ਏਕਤਾ ਹੋ ਸਕਦੀ ਹੈ ਤਾਂ ਇਸ ਪੱਤਰ ਨੂੰ ਅਹੁਦੇਦਾਰੀ ਤੋਂ ਮੇਰਾ ਅਸਤੀਫਾ ਸਮਝਿਆ ਜਾਵੇ। ਮੇਰੀ ਇਹ ਵੀ ਰਾਏ ਹੈ ਕਿ ਸਾਨੂੰ ਕੇਵਲ ਡਿਫੈਂਡ ਕਰਨ ਲਈ ਹੀ ਸਾਰੀ ਜਥੇਬੰਦਕ ਸ਼ਕਤੀ ਲਾਈ ਜਾਣੀ ਉਚਿਤ ਨਹੀਂ। ਇਸ ਤਰ੍ਹਾਂ ਅਸੀਂ ਆਪਣੇ ਵੱਡੇ ਨਿਸ਼ਾਨੇ ਤੋਂ ਬਹੁਤ ਪਾਸੇ ਚਲੇ ਜਾਵਾਂਗੇ ਜਾਂ ਮੇਰੇ ਇਸ ਅਹੁਦੇ ਤੋਂ ਪਿੱਛੇ ਹਟਣ ਨਾਲ ਸਾਡਾ ਇੱਥੇ ਆਪਸੀ ਪ੍ਰੇਮ ਵੀ ਵਧੇਗਾ। ਮੈਂ ਇਸ ਅਹੁਦੇ ਪਿੱਛੇ ਭਾਈ ਅਮਰੀਕ ਸਿੰਘ ਜੀ ਦੇ ਪਰਿਵਾਰ ਨਾਲ ਆਪਣੇ ਸੰਬੰਧਾਂ ਨੂੰ ਫਿੱਕਾ ਨਹੀਂ ਪਾਉਣਾ ਚਾਹੁੰਦਾ। ਬਤੌਰ ਮੈਂਬਰ ਜਥੇਬੰਦੀ ਦੀ ਡਟਵੀਂ ਸੇਵਾ ਕਰਦਾ ਰਹਾਂਗਾ। ਇਹ ਅਹੁਦਾ ਤਿਆਗਣ ਲਈ ਮੇਰੀ ਮੇਰੇ ਪਿਤਾ ਸਰਦਾਰ ਦਲ ਸਿੰਘ ਜੀ ਨਾਲ ਵੀ ਪਹਿਲਾਂ ਗੱਲ ਹੋ ਚੁੱਕੀ ਹੈ। ਸ਼ਾਇਦ ਤੁਹਾਡੇ ਤੱਕ ਪਹੁੰਚ ਗਈ ਹੋਵੇ। ਸੋ ਤੁਸੀਂ ਮੇਰੀ ਇਹ ਪ੍ਰਪੋਜ਼ਲ ਪ੍ਰੈਜ਼ੀਡੀਅਮ ਦੇ ਸਭ ਮੈਂਬਰਾਂ ਅਤੇ ਭੁਪਿੰਦਰ ਕੌਰ ਨਾਲ ਸਾਂਝੀ ਕਰ ਲੈਣੀ ਅਤੇ ਜਥੇਦਾਰ ਅਕਾਲ ਤਖਤ ਸਾਹਿਬ ਦੇ ਨੋਟਿਸ ਵਿੱਚ ਲਿਆ ਕੇ ਪ੍ਰਵਾਨ ਕਰ ਲੈਣੀ। ਮੇਰੀ ਇਹ ਪ੍ਰਪੋਜ਼ਲ ਨੂੰ ਮੇਰੀ ਰਾਜਸੀ ਸੰਘਰਸ਼ ਤੋਂ ਤਿਲਾਂਜਲੀ ਨਾ ਸਮਝਿਆ ਜਾਵੇ। ਸੋ ਸਾਫ਼ ਸ਼ਬਦਾਂ ਵਿੱਚ ਸਪਸ਼ਟ ਕਰਨਾ ਚਾਹੁੰਦਾ ਹਾਂ। 6 ਜੂਨ 1984 ਦੇ ਕਾਂਡ ਉਪਰੰਤ ਸਾਡਾ ਘਰੇ ਬਹਿਣ ਦਾ ਕੋਈ ਮਕਸਦ ਨਹੀਂ ਰਹਿੰਦਾ। ਜਦ ਤੱਕ ਜ਼ਿੰਦਗੀ ਹੈ, ਮਾਨਸਿਕ ਅਤੇ ਸਰੀਰਕ ਤੌਰ ਤੇ ਸਿੱਖ ਦੋਖੀ ਤਾਕਤਾਂ ਨਾਲ ਟੱਕਰ ਲਾਈ ਰੱਖਣਾ ਪਰਮ ਧਰਮ ਸਮਝਦਾ ਹਾਂ। ਸੰਤ ਪਿਤਾ ਸਮਾਨ ਸਨ ਭਾਈ ਅਮਰੀਕ ਸਿੰਘ ਵੱਡੇ ਭਰਾ। ਉਹਨਾਂ ਦੇ ਵਿਛੋੜੇ ਉਪਰੰਤ ਉਹਨਾਂ ਦੇ ਰਾਹ ਨੂੰ ਛੱਡਣ ਦਾ ਪ੍ਰਸ਼ਨ ਨਹੀਂ ਉੱਠਦਾ। ਲੜਾਈ ਦਿਨੋਂ ਦਿਨ ਤੇਜ਼ ਹੋਵੇਗੀ। ਮੈਂ ਪੰਥ ਦੀ ਸੇਵਾ ਵਿੱਚ ਰਹਾਂਗਾ। ਆਪ ਸਭ ਦੇ ਹੁਕਮਾਂ ਦਾ ਪਾਬੰਦ ਹਾਂ। ਸਭ ਪੰਥ ਨੂੰ ਗੁਰੂ ਫਤਿਹ। ਵਿਸਤਾਰ ਸਹਿਤ ਆਪਣੇ ਵਿਚਾਰ ਬਾਅਦ ਵਿੱਚ ਲਿਖ ਭੇਜਾਂਗਾ। ਆਪ ਦਾ ਛੋਟਾ ਵੀਰ ਹਰਮਿੰਦਰ ਸਿੰਘ ਸੰਧੂ। ਸੰਧੂ ਉੱਤੇ ਲਾਏ ਦੋਸ਼, ਆਪਾ ਵਿਰੋਧੀ। ਲਾਭ ਸਿੰਘ ਅਤੇ ਗੁਰਜੀਤ ਸਿੰਘ ਵੱਲੋਂ ਭਾਈ ਮਨਜੀਤ ਸਿੰਘ ਨੂੰ ਫੈਡਰੇਸ਼ਨ ਦਾ ਪ੍ਰਧਾਨ ਮੰਨਣਾ, ਪਰ ਸਰਦਾਰ ਹਰਮਿੰਦਰ ਸਿੰਘ ਸੰਧੂ ਅਤੇ ਉਸ ਦੇ ਨਜ਼ਦੀਕੀਆਂ ਨੂੰ ਗਦਾਰ ਕਹਿ ਕੇ ਫੈਡਰੇਸ਼ਨ ਤੋਂ ਲਾਂਭੇ ਕਰਨ ਦੀ ਸ਼ਰਤ ਪਿੱਛੇ ਜੋ ਦਲੀਲਾਂ ਸਨ ਉਹ ਅਜੀਬ ਅਤੇ ਆਪਾ ਵਿਰੋਧੀ ਸਨ। ਪਹਿਲੀ ਦਲੀਲ ਸੀ ਇਹ ਜੂਨ 1984 ਦੇ ਘੱਲੂਘਾਰੇ ਵਿੱਚ ਜੂਝ ਕੇ ਸ਼ਹੀਦ ਨਹੀਂ ਹੋਏ, ਗ੍ਰਿਫਤਾਰ ਹੋਏ ਹਨ, ਇਸ ਲਈ ਇਹ ਗਦਾਰ ਹਨ। ਪਰ ਸਵਾਲ ਤਾਂ ਇਹ ਹੈ, ਗ੍ਰਿਫਤਾਰ ਤਾਂ ਭਾਈ ਮਨਜੀਤ ਸਿੰਘ ਵੀ ਸੰਧੂ ਹੋਰਾਂ ਦੇ ਨਾਲ ਹੀ ਹੋਇਆ ਸੀ। ਫਿਰ ਮਨਜੀਤ ਸਿੰਘ ਪੰਥਕ ਤੇ ਸੰਧੂ ਗਦਾਰ ਕਿਵੇਂ? ਇੱਥੋਂ ਤੱਕ ਕਿ ਸ਼ਹੀਦ ਨਾ ਹੋਣ ਨੂੰ ਗਦਾਰੀ ਆਖਣ ਵਾਲੀ ਇਸ ਮੁਹਿੰਮ ਦੇ ਮੋਢੀ ਲਾਭ ਸਿੰਘ ਅਤੇ ਗੁਰਜੀਤ ਸਿੰਘ ਖੁਦ ਵੀ
ਇਸ ਘੱਲੂਘਾਰੇ ਸਮੇਂ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰੋਂ ਹੀ ਨਿਕਲ ਕੇ ਆਏ ਸਨ। ਦੂਜਾ ਦੋਸ਼ ਸਰਦਾਰ ਹਰਮਿੰਦਰ ਸਿੰਘ ਸੰਧੂ ਉੱਤੇ ਸਰਕਾਰ ਨਾਲ ਗੱਲਬਾਤ ਕਰਨ ਦਾ ਲਾਇਆ ਜਾਂਦਾ ਹੈ। ਇਸ ਥੋਥੇ ਅਤੇ ਆਧਾਰਹੀਣ ਦੋਸ਼ ਬਾਰੇ ਵਿਸਥਾਰ ਨਾਲ ਚਰਚਾ ਇਸ ਕਿਤਾਬ ਵਿੱਚ ਕਰ ਦਿੱਤੀ ਗਈ ਹੈ। ਪਰ ਫਿਰ ਵੀ ਜੇਕਰ ਲਾਭ ਸਿੰਘ ਅਤੇ ਗੁਰਜੀਤ ਸਿੰਘ ਦੀ ਸਮਝ ਅਨੁਸਾਰ ਇਸ ਗੱਲਬਾਤ ਵਿੱਚ ਸ਼ਾਮਲ ਹੋਣਾ ਹੀ ਕੌਮ ਨਾਲ ਗਦਾਰੀ ਸੀ, ਤਾਂ ਇਸ ਗੱਲਬਾਤ ਵਿੱਚ ਤਾਂ ਭਾਈ ਮਨਜੀਤ ਸਿੰਘ ਬਰਾਬਰ ਹਿੱਸਾ ਲੈ ਰਿਹਾ ਸੀ। ਫਿਰ ਇਸ ਗੱਲਬਾਤ ਦੇ ਆਧਾਰ ਤੇ ਹਰਮਿੰਦਰ ਸਿੰਘ ਸੰਧੂ ਗਦਾਰ ਅਤੇ ਭਾਈ ਮਨਜੀਤ ਸਿੰਘ ਪੰਥ ਪ੍ਰਸਤ ਕਿਵੇਂ? ਕਿਉਂਕਿ ਇਸ ਆਧਾਰ ਤੇ ਜਾਂ ਤੇ ਦੋਵੇਂ ਹੀ ਗਦਾਰ ਕਹੇ ਜਾ ਸਕਦੇ ਹਨ ਜਾਂ ਦੋਵੇਂ ਹੀ ਨਹੀਂ। ਅਸਲ ਗੱਲ ਇਹ ਸੀ ਕਿ ਸੰਧੂ ਵਿਰੁੱਧ ਘੜੀ ਗਈ ਦੋਸ਼ਾਂ ਦੀ ਲਿਸਟ ਤਾਂ ਸਿਰਫ ਬਹਾਨੇਬਾਜ਼ੀ ਹੀ ਸੀ। ਮਕਸਦ ਇਹ ਸੀ ਕਿ ਕਿਸੇ ਵੀ ਹੱਦ ਤੱਕ ਜਾ ਕੇ ਸੰਧੂ ਦੇ ਹੱਥ ਫੈਡਰੇਸ਼ਨ ਦੀ ਕਮਾਂਡ ਨਹੀਂ ਜਾਣ ਦੇਣੀ। ਇਸ ਸੋਚ ਪਿੱਛੇ ਸਿਰਫ ਨਿੱਜੀ ਰੰਜਿਸ਼ ਜਾਂ ਈਰਖਾ ਹੀ ਸੀ ਜਾਂ ਇਸ ਤੋਂ ਵਧਾਰੇ ਵੀ ਕੁਝ ਤਾਣਾ ਬਾਣਾ ਸੀ? ਇਹ ਜਾਂਚ ਦਾ ਵਿਸ਼ਾ ਹੈ। ਪਰ ਇਹ ਗੱਲ ਪ੍ਰਤੱਖ ਹੈ ਕਿ ਹਰਮਿੰਦਰ ਸਿੰਘ ਸੰਧੂ ਨੂੰ ਬਦਨਾਮ ਅਤੇ ਪ੍ਰਭਾਵਹੀਣ ਕਰਨ ਦੀ ਮੁਹਿੰਮ ਭਾਰਤੀ ਹਕੂਮਤ ਵੱਲੋਂ ਵੀ ਚਲਾਈ ਜਾ ਰਹੀ ਸੀ ਤੇ ਦੂਜੇ ਪਾਸੇ ਲਾਭ ਸਿੰਘ ਤੇ ਗੁਰਜੀਤ ਸਿੰਘ ਹੋਰਾਂ ਵੱਲੋਂ ਵੀ। ਇਸ ਸੰਬੰਧੀ ਸਰਦਾਰ ਹਰਮਿੰਦਰ ਸਿੰਘ ਸੰਧੂ ਦਾ ਦਰਦ ਉਸ ਦੇ ਆਪਣੇ ਸਨੇਹੀਆਂ ਨੂੰ ਲਿਖੇ ਗਏ ਕਈ ਪੱਤਰਾਂ 'ਚੋਂ ਝਲਕਦਾ ਹੈ। ਇੱਕ ਹੋਰ ਦੋਸ਼, ਪਿਛਲੇ ਦਿਨੀਂ ਸਰਦਾਰ ਹਰਮਿੰਦਰ ਸਿੰਘ ਸੰਧੂ ਦੀ ਸ਼ਖਸੀਅਤ ਸੰਬੰਧੀ ਚੱਲਦੀ ਚਰਚਾ ਦੌਰਾਨ ਭਾਈ ਦਲਜੀਤ ਸਿੰਘ ਬਿੱਟੂ ਦੇ ਨਜ਼ਦੀਕੀ ਰਣਜੀਤ ਸਿੰਘ ਕੁੱਕੀ ਨੇ ਇੱਕ ਇੰਟਰਵਿਊ ਵਿੱਚ ਆਖਿਆ ਕਿ ਜੂਨ 1984 ਦੇ ਘੱਲੂਘਾਰੇ ਸਮੇਂ ਸੰਤ ਭਿੰਡਰਾਂ ਵਾਲਿਆਂ ਨੇ ਮੱਚੀ ਹੋਈ ਜੰਗ ਦੌਰਾਨ ਹਰਮਿੰਦਰ ਸਿੰਘ ਸੰਧੂ ਨੂੰ ਆਪਣੇ ਕੋਲ ਸੱਦਿਆ ਸੀ, ਪਰ ਉਹ ਨਹੀਂ ਸੀ ਗਿਆ। ਕੁੱਕੀ ਦੀ ਇਸ ਗੱਲ ਦਾ ਨੋਟਿਸ ਇਸ ਲਈ ਵੀ ਲੈਣਾ ਬਣਦਾ ਹੈ ਕਿਉਂਕਿ ਸੰਧੂ ਉੱਤੇ ਹੁਣ ਤੱਕ ਜਿੰਨੇ ਵੀ ਦੂਸ਼ਣ ਲਾਏ ਗਏ ਹਨ, ਇਹ ਦੂਸ਼ਣ ਨਵਾਂ ਅਤੇ ਵੱਖਰਾ ਹੈ। ਸਪਸ਼ਟ ਹੁੰਦਾ ਹੈ ਕਿ ਸੰਧੂ ਨੂੰ ਗਲਤ ਸਾਬਤ ਕਰਨ ਲਈ ਐਵੇਂ ਹੀ ਹੱਥ ਪੈਰ ਮਾਰੇ ਜਾ ਰਹੇ ਹਨ। 1984 ਤੋਂ ਹੀ ਸੰਧੂ ਦਾ ਵਿਰੋਧ ਕਰਦੇ ਆ ਰਹੇ ਲੋਕਾਂ ਨੇ ਇਹ ਦੋਸ਼ ਪਹਿਲਾਂ ਕਿਉਂ ਨਹੀਂ ਲਾਇਆ? ਕਿਉਂ ਉਹਨਾਂ ਨੂੰ ਨਿਤ ਨਵੀਆਂ ਦਲੀਲਾਂ ਘੜਨੀਆਂ ਪੈ ਰਹੀਆਂ ਹਨ? ਇਹ ਯਾਦ ਰੱਖਿਆ ਜਾਵੇ ਕਿ ਕੁੱਕੀ ਹੋਣੀ ਸੰਘਰਸ਼ ਵਿੱਚ 1984 ਤੋਂ ਬਾਅਦ ਵਿੱਚ ਆਏ, ਇਸ ਲਈ ਆਪਣੇ ਦੋਸ਼ ਨੂੰ ਪੁਖਤਾ ਬਣਾਉਣ ਲਈ ਕੁੱਕੀ ਇਹ ਕਹਿੰਦਾ ਹੈ, ਇਹ ਗੱਲ ਮੈਨੂੰ ਮੇਰੇ ਦੋਸਤ ਨੇ ਦੱਸੀ ਸੀ ਜੋ ਕਿ ਘੱਲੂਘਾਰੇ ਸਮੇਂ ਅੰਦਰ ਲੜਦਾ ਰਿਹਾ ਸੀ ਅਤੇ ਬਾਅਦ ਵਿੱਚ ਚੰਡੀਗੜ੍ਹ 'ਚ ਸ਼ਹੀਦ ਹੋਇਆ। ਕੁੱਕੀ ਦੇ ਇਸ ਦਾਅਵੇ ਦੀ ਪੜਚੋਲ ਕਰਦਿਆਂ ਇੱਕ ਹੀ ਅਜਿਹੇ ਜੁਝਾਰੂ ਸਿੰਘ ਦੀ ਤਸਵੀਰ ਸਾਹਮਣੇ ਆਉਂਦੀ ਹੈ। ਉਹ ਹੈ ਭਾਈ ਸੁਖਵਿੰਦਰ ਸਿੰਘ ਸ਼ਿੰਦੂ ਉਰਫ ਕੇ.ਸੀ. ਸ਼ਰਮਾ। ਪਰ ਇਸ ਆਧਾਰ ਉੱਤੇ ਵੀ ਸਾਰੇ ਮਾਮਲੇ ਨੂੰ ਪੜਚੋਲਿਆ ਜਾਵੇ ਤਾਂ ਕੁੱਕੀ ਦੀ ਗੱਲ ਸੱਚ ਨਹੀਂ ਜਾਪਦੀ, ਕਿਉਂਕਿ ਸ਼ਿੰਦੂ ਦੀ ਵਧੇਰੇ ਸਾਂਝ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਅਤੇ ਭਾਈ ਗੁਰਿੰਦਰ ਸਿੰਘ ਭੋਲਾ ਵਰਗੇ ਸਿੰਘਾਂ ਨਾਲ ਰਹੀ ਹੈ। ਕੁੱਕੀ ਹੋਰੀ ਤਾਂ 1985 ਵਿੱਚ ਬਿੰਦੇ ਹੋਰਾਂ ਦੇ ਗਰੁੱਪ ਨੂੰ ਦਿੱਲੀ ਜਾ ਕੇ ਮਿਲਦੇ ਹਨ। ਸਵਾਲ ਪੈਦਾ ਹੁੰਦਾ ਹੈ ਕਿ ਜਿਹੜੀ ਗੱਲ ਭਾਈ ਸ਼ਿੰਦੂ ਨੇ ਕੁੱਕੀ ਮੁਤਾਬਕ ਕੁੱਕੀ ਹੋਰਾਂ ਨੂੰ ਦੱਸ ਦਿੱਤੀ, ਉਹ ਮਹੱਤਵਪੂਰਨ ਗੱਲ ਸ਼ਿੰਦੂ ਨੇ ਗੁਰਵਿੰਦਰ ਸਿੰਘ ਭੋਲਾ ਅਤੇ ਹਰਜਿੰਦਰ ਸਿੰਘ ਜਿੰਦਾ ਵਰਗੇ ਆਪਣੇ ਸਭ ਤੋਂ ਨੇੜਲੇ ਸਾਥੀਆਂ ਨੂੰ ਕਿਉਂ ਨਹੀਂ ਦੱਸੀ? ਭਾਈ ਗੁਰਿੰਦਰ ਸਿੰਘ ਭੋਲਾ ਅਤੇ ਭਾਈ ਹਰਜਿੰਦਰ ਸਿੰਘ ਦਾ ਤਾਂ ਸਰਦਾਰ ਹਰਮਿੰਦਰ ਸਿੰਘ ਸੰਧੂ ਦਾ ਆਖਰੀ ਸਮੇਂ ਤੱਕ ਦਿਲ ਦੀਆਂ ਡੂੰਘਾਈਆਂ 'ਚੋਂ ਸਤਿਕਾਰ ਕਰਦੇ ਰਹੇ। ਹਥਲੀ ਕਿਤਾਬ ਵਿਚਲੇ ਤੱਥ ਇਸ ਦੇ ਗਵਾਹ ਹਨ। ਸੋ ਸਪਸ਼ਟ ਹੈ ਕਿ ਇਹ ਦਲੀਲ ਵੀ ਹੁਣ ਘੜੀ ਗਈ ਹੈ। ਅਸਲੀਅਤ ਇਹ ਹੈ ਕਿ ਸੰਧੂ ਦਾ ਵਿਰੋਧ ਕਰਨ ਵਾਲਿਆਂ ਦੇ ਕੋਲ ਸੰਧੂ ਦੇ ਖਿਲਾਫ ਕੋਈ ਵੀ ਠੋਸ ਗੱਲ ਤੇ ਆਧਾਰ ਹੈ ਹੀ ਨਹੀਂ। ਜੇਲ੍ਹ ਵਿੱਚੋਂ ਜਥੇਬੰਦੀ ਦਾ ਮਾਰਗਦਰਸ਼ਨ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਬਾਹਰ ਵਿਚਰਦੀ ਲੀਡਰਸ਼ਿਪ ਸਰਦਾਰ ਹਰਮਿੰਦਰ ਸਿੰਘ ਸੰਧੂ ਦੀ ਕਾਬਲੀਅਤ ਤੋਂ ਜਾਣੂ ਸੀ ਅਤੇ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ ਸੰਧੂ ਦਾ ਅਸਤੀਫਾ ਪ੍ਰਵਾਨ ਕੀਤਾ ਜਾਂਦਾ। ਸੰਧੂ ਨੂੰ ਜਨਰਲ ਸਕੱਤਰ ਰਹਿ ਕੇ ਸੇਵਾ ਕਰਦੇ ਰਹਿਣ ਲਈ ਮਨਾ ਲਿਆ ਗਿਆ। ਉਹ ਜਥੇਬੰਦੀ ਜਿਸ ਦੇ ਪੁਨਰਗਠਨ ਤੋਂ ਲੈ ਕੇ ਬੁਲੰਦੀਆਂ ਤੱਕ ਪਹੁੰਚਾਉਣ ਲਈ ਹਰਮਿੰਦਰ ਸਿੰਘ ਸੰਧੂ ਨੂੰ ਦਿਨ ਰਾਤ ਇੱਕ ਕਰੀ ਰੱਖਿਆ। ਉਸ ਦੇ ਜੇਲ੍ਹ ਵਿੱਚ ਹੋਣ ਕਾਰਨ ਉਹ ਕਿਸੇ ਵੀ ਪੱਖ ਤੋਂ ਪਛੜ ਨਾ ਜਾਵੇ, ਇਸ ਲਈ ਸਰਦਾਰ ਹਰਮਿੰਦਰ ਸਿੰਘ ਸੰਧੂ ਨੇ ਜੇਲ੍ਹ ਵਿੱਚੋਂ ਬਾਹਰ ਵਿਚਰਦੇ ਫੈਡਰੇਸ਼ਨ ਆਗੂਆਂ ਨੂੰ ਲਗਾਤਾਰ ਪੱਤਰ ਲਿਖ ਕੇ ਮਾਰਗਦਰਸ਼ਨ ਕਰਨ ਦਾ ਫਰਜ਼ ਨਿਭਾਇਆ। ਕੁਝ ਕੁ ਪੱਤਰ ਜਿਹੜੇ ਸਰਦਾਰ ਸੰਧੂ ਨੇ ਜੇਲ੍ਹ ਵਿੱਚੋਂ ਬਾਹਰ ਵਿਚਰਦੇ ਫੈਡਰੇਸ਼ਨ ਆਗੂਆਂ ਨੂੰ ਲਿਖੇ, ਉਹਨਾਂ ਵਿੱਚੋਂ ਉਸ ਦੇ ਇੱਕ ਯੋਗ ਆਗੂ ਹੋਣ ਦਾ ਗੁਣ ਉੱਭਰ ਕੇ ਸਾਹਮਣੇ ਆਉਂਦਾ ਹੈ। ਹੇਠਾਂ ਕੁਝ ਪੱਤਰਾਂ ਵਿੱਚੋਂ ਕੁਝ ਅੰਸ਼ ਛਾਪੇ ਜਾ ਰਹੇ ਹਨ। ਜਥੇਬੰਦੀ ਨੂੰ ਸਰਗਰਮ ਰੱਖੋ। ਇਹਨਾਂ ਪ੍ਰੀਖਿਆ ਦੇ ਦਿਨਾਂ ਵਿੱਚ ਜਦ ਤੱਕ ਪ੍ਰੈਜ਼ੀਡੀਅਮ ਦੇ ਬਹੁਤ ਮੈਂਬਰ ਅੰਦਰ ਹੋ ਚੁੱਕੇ ਹਨ, ਤੁਹਾਨੂੰ ਬਹੁਤ ਚੇਤੰਨ ਹੋ ਕੇ ਚੱਲਣਾ ਪਵੇਗਾ। ਨਿੱਕੀ ਜਿਹੀ ਜ਼ਿੰਮੇਵਾਰੀ ਨਹੀਂ, ਇਸ ਲਹੂ ਭਿੱਜੇ ਇਤਿਹਾਸ ਨੂੰ ਸੰਭਾਲਣ
ਅਤੇ ਉਸ ਦੀ ਕਹਾਣੀ ਨੂੰ ਅੱਗੇ ਤੋਰਨ ਦਾ ਭਾਰ ਤੁਹਾਡੇ ਸਭ ਦੇ ਜ਼ਿੰਮੇ ਹੈ। ਇੰਨੀ ਕੀਮਤ ਤਾਰ ਕੇ ਜਥੇਬੰਦੀ ਨੂੰ ਖੇਰੂ ਖੇਰੂ ਹੋਣ ਦੇਣਾ ਆਪਣੇ ਲਈ ਨਮੋਸ਼ੀ ਵਾਲੀ ਗੱਲ ਹੋਵੇਗੀ। ਸੋ ਮੇਰੀ ਤੁਹਾਨੂੰ ਸਭ ਨੂੰ ਇਹ ਜ਼ਰੂਰੀ ਬੇਨਤੀ ਹੈ ਕਿ ਤੁਸੀਂ ਆਪਣੀਆਂ ਜਾਨਾਂ ਹੂਲ ਕੇ ਵੀ ਜਥੇਬੰਦੀ ਦੇ ਸਥਾਪਿਤ ਇਤਿਹਾਸ ਨੂੰ ਮਲੀਆ ਮੇਟ ਨਹੀਂ ਹੋਣ ਦੇਣਾ। ਤੁਹਾਨੂੰ ਬਹੁਤ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ। ਤੁਸੀਂ ਡਟੇ ਰਹੋ ਅਤੇ ਤੁਹਾਡਾ ਸਿਦਕ ਜਿੱਤਿਆ ਹੈ। ਆਉਣ ਵਾਲੇ ਕੁਝ ਸਮੇਂ ਤੱਕ ਵੀ ਹਾਲਾਤ ਇੰਜ ਦੇ ਰਹਿ ਸਕਦੇ ਹਨ, ਪਰ ਪਿਛਲੇ ਸੰਕਟਮਈ ਦਿਨਾਂ ਨੂੰ ਝੱਲ ਲੈਣ ਉਪਰੰਤ ਤੁਹਾਡਾ ਮਨੋਬਲ ਹੋਰ ਮਜ਼ਬੂਤ ਹੋਣਾ ਚਾਹੀਦਾ ਹੈ। ਆਪਣੇ ਸੰਘਰਸ਼ ਦੇ ਸਿਧਾਂਤਕ ਪੱਖ ਦਾ ਕਦੇ ਪੱਲਾ ਨਾ ਛੱਡਣਾ। ਜੋ ਵੀ ਇਸ ਲੜਾਈ ਵਿੱਚ ਵਿਚਾਰਧਾਰਕ ਪੱਖੋਂ ਪਛੜ ਕੇ ਗੱਲ ਕਰੇਗਾ, ਉਸ ਨੂੰ ਕੌਮ ਸਮਰਥਨ ਨਹੀਂ ਦੇਵੇਗੀ, ਕਿਉਂਕਿ ਸਿੱਖ ਜਨਤਾ ਇਹ ਸਮਝ ਚੁੱਕੀ ਹੈ ਕਿ ਬਾਬੇ ਭਿੰਡਰਾਂ ਵਾਲੇ ਨੇ ਕਿਸੇ ਸੰਕਲਪ ਅਤੇ ਆਸ਼ੇ ਨੂੰ ਉਜਾਗਰ ਕਰਨ ਲਈ ਇਹ ਲੜਾਈ ਵਿੱਢੀ ਸੀ ਅਤੇ ਇਸ ਲੀਹ ਨੂੰ ਪੱਕਿਆਂ ਕਰਨ ਲਈ ਬੇਅੰਤ ਸ਼ਹੀਦੀਆਂ ਹੋ ਚੁੱਕੀਆਂ ਹਨ। ਸੋ ਸੁਚੇਤ ਰਹਿਣ ਦੀ ਲੋੜ ਹੈ ਕਿ ਵਿਰੋਧੀ ਸਾਡੀ ਕਿਸੇ ਸਿਧਾਂਤਕ ਪੱਖ ਤੋਂ ਭਲਾਈ ਨੂੰ ਪੈਦਾ ਨਾ ਕਰ ਸਕਣ। ਜਦ ਜਥੇਬੰਦਕ ਸ਼ਕਤੀ ਦਾ ਪ੍ਰਗਟਾਵਾ ਲੋਕ ਸੰਘਰਸ਼ ਰਾਹੀਂ ਕਰਨਾ ਅਸੰਭਵ ਹੋ ਜਾਵੇ ਤਾਂ ਮੁੱਖ ਆਗੂਆਂ ਨੂੰ ਲਗਾਤਾਰ ਅਖਬਾਰਾਂ ਅਤੇ ਇਸ਼ਤਿਹਾਰਬਾਜ਼ੀ ਰਾਹੀਂ ਲੋਕਾਂ ਨੂੰ ਵਿਚਾਰਧਾਰਕ ਪੱਖੋਂ ਸਿੱਖਿਅਤ ਕਰਦੇ ਰਹਿਣਾ ਚਾਹੀਦਾ ਹੈ। ਇੰਜ ਜਥੇਬੰਦੀ ਐਕਸ਼ਨ ਵਿੱਚ ਨਾ ਹੁੰਦੀ ਹੋਈ ਵੀ ਲੋਕਾਂ ਦੇ ਦਿਲਾਂ ਵਿੱਚ ਆਪਣੀ ਥਾਂ ਬਣਾਈ ਰੱਖ ਸਕਦੀ ਹੈ। ਅੱਜ ਦੇ ਹਾਲਾਤਾਂ ਲਈ ਇਹ ਰਣਨੀਤੀ ਬਹੁਤ ਢੁਕਵੀਂ ਹੈ। ਸੋ ਪ੍ਰਚਾਰ ਪੱਖੋਂ ਜਥੇਬੰਦੀ ਨੂੰ ਜਿਉਂਦਾ ਰੱਖਣਾ ਅਤੀ ਜ਼ਰੂਰੀ ਹੈ। ਸਰਬਜੀਤ ਸਿੰਘ ਸੋਢ ਨੂੰ ਲਿਖੇ ਖਤ। ਵਿਚਾਰਧਾਰਕ ਪੱਖ ਤੇ ਪਹਿਰਾ ਦਿਓ। ਮੇਰਾ ਮਤਲਬ ਸਿੱਖੀ ਦੀਆਂ ਬੁਨਿਆਦੀ ਸੰਕਲਪ ਸੋਚ ਨੂੰ ਅੱਜ ਦੀ ਅਪਰੋਚ ਵਿੱਚ ਢਾਲਣਾ ਹੈ। ਜਦ ਵੀ ਸਿੱਖ ਇਹਨਾਂ ਮਹਾਨ ਰਵਾਇਤਾਂ ਤੋਂ ਟੁੱਟਦੇ ਰਹੇ, ਉਹਨਾਂ ਨੇ ਹਰ ਖੇਤਰ ਵਿੱਚ ਧੋਖਾ ਖਾਧਾ, ਭਾਵੇਂ ਇਹਨਾਂ ਰਵਾਇਤਾਂ ਦੀ ਉਲੰਘਣਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਅੰਤਲੇ ਸਾਲਾਂ ਵਿੱਚ ਹੋਈ ਜਾਂ ਅੱਜ ਤੱਕ ਹੋਈ। ਇਸ ਨੇ ਸਿੱਖਾਂ ਦੇ ਰਾਜਸੀ ਭਵਿੱਖ ਨੂੰ ਭੰਬਲ ਭੂਸੇ ਵਿੱਚ ਪਾ ਛੱਡਿਆ। ਬਾਬਾ ਜਰਨੈਲ ਸਿੰਘ ਦੀ ਦੇਣ ਸਿੱਖ ਇਤਿਹਾਸ ਵਿੱਚ ਅਭੁੱਲ ਰਹੇਗੀ। ਕੌਮ ਨੂੰ ਜਿਲਣ ਵਿੱਚੋਂ ਕੱਢਣ ਲਈ ਉਹਨਾਂ ਕੋਲ ਅਗੰਮੀ ਸੂਝ ਸੀ। 1978 ਵਿੱਚ ਉਹਨਾਂ ਬੀੜਾ ਚੁੱਕਿਆ। 1980 ਤੱਕ ਸਿੱਖ ਹਿੰਦੂ ਜ਼ਹਿਨੀਅਤ ਵਾਲੀ ਮੌਕਾ ਪ੍ਰਸਤ ਭ੍ਰਿਸ਼ਟ ਰਾਜਨੀਤੀ ਰਾਹੀਂ ਰਾਜਸੀ ਚੌਧਰ ਹਾਸਲ ਕਰਨੋਂ ਹੀ ਪੰਥ ਦੀ ਸਰਕਾਰ ਕਹਿ ਛੱਡਦੇ ਸਨ। ਵਿਸ਼ੇਸ਼ ਸੂਝ ਦੇ ਮਾਲਕ ਚੰਦ ਸਿੱਖਾਂ ਬਿਨਾਂ ਸਭ ਗੁਲਾਮ ਸਿੰਘ ਜਾਂ ਬਾਦਲ ਦੇ ਮੁੱਖ ਮੰਤਰੀ ਬਣਨ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਤੁਲਨਾ ਦਿੰਦੇ ਸੀ। ਉੱਚੇ ਸੁੱਚੇ ਸਿੱਖ ਸਿਧਾਂਤ ਵਿੱਚ ਮਿਲਾਵਟ ਕਰਕੇ ਅਸੀਂ ਧਰਮ ਨਿਰਪੱਖ ਹੋ ਕੇ ਵੋਟਾਂ ਲੈਣ ਨੂੰ ਰਾਜਨੀਤਿਕ ਮਨੋਰਥ ਮੰਨ ਬੈਠੇ ਸਾਂ। ਰੋਮ ਰੋਮ ਧੰਨਵਾਦੀ ਹਾਂ ਉਸ ਮਹਾਂਪੁਰਖ ਦਾ ਜਿਹਨੇ ਕੌਮ ਨੂੰ ਦਲਦਲ ਵਿੱਚੋਂ ਕੱਢ ਲਿਆ। ਇਤਿਹਾਸ ਨੂੰ ਮੋੜ ਉਹ ਦੇ ਗਏ ਹਨ। ਇਹਨੂੰ ਹਾਕਮ ਜਾਂ ਮੌਕਾ ਪ੍ਰਸਤ ਸਿੱਖ ਠੱਲ ਨਹੀਂ ਸਕਦੇ। ਔਰ ਆਪਣਾ ਫਰਜ਼ ਹੈ ਕਿ ਆਪਾਂ ਵਿਚਾਰਧਾਰਕ ਦ੍ਰਿਸ਼ਟੀਕੋਣ ਤੋਂ ਹੀ ਹਰ ਮਸਲੇ ਨੂੰ ਅਪਰੋਚ ਕਰੀਏ। ਏਡੀ ਵੱਡੀ ਘਾਲਣਾ ਉਪਰੰਤ ਜਥੇਬੰਦੀ ਦਾ ਪਿਛਾਂਹ ਹਟਣਾ ਸ਼ਹੀਦਾਂ ਤੋਂ ਬੇਮੁਖ ਹੋਣਾ ਹੈ। ਸੋ ਤੁਹਾਡੀ ਮੁੱਖ ਜ਼ਿੰਮੇਵਾਰੀ ਹੈ ਕਿ ਜਥੇਬੰਦੀ ਦੇ ਵੱਧ ਤੋਂ ਵੱਧ ਕੇਡਰ ਨੂੰ ਵਿਚਾਰਧਾਰਕ ਸੂਝ ਪ੍ਰਦਾਨ ਕਰੋ। ਵਿਚਾਰ ਨਾਲ ਬੱਝਾ ਕੇਡਰ ਜਿੱਥੇ ਜਥੇਬੰਦੀ ਨੂੰ ਨਰੋਇਆ ਰੱਖਦਾ ਹੈ, ਉੱਥੇ ਆਪਣੀ ਲੀਡਰਸ਼ਿਪ ਤੇ ਵੀ ਪਰਖਵੀਂ ਨਿਗਾਹ ਰੱਖਦਾ ਹੈ। ਸਿੱਖ ਜਨਤਾ ਦੀ ਪਰਖਵੀਂ ਨਿਗਾਹ ਦੀ ਘਾਟ ਕਾਰਨ ਹੀ ਸਵਾਰਥੀ ਲੀਡਰ ਲਗਾਤਾਰ ਕੌਮੀ ਸ਼ਕਤੀ ਨੂੰ ਨਿਗੂਣੀਆਂ ਪ੍ਰਾਪਤੀਆਂ ਲਈ ਹਾਲੋਂ ਬੇਹਾਲ ਕਰਦੇ ਰਹੇ। ਡਾਕਟਰ ਭਗਵਾਨ ਸਿੰਘ ਨੂੰ ਲਿਖੀ ਚਿੱਠੀ ਵਿੱਚੋਂ ਗਲਤ ਦਾ ਵਿਰੋਧ ਕਰਨਾ ਜ਼ਰੂਰੀ, ਜਥੇਬੰਦੀ ਦੇ ਕੰਮ ਵਿੱਚ ਖੜੋਤ ਨਹੀਂ ਆਉਣ ਦੇਣੀ, ਬਾਕੀ ਸਿੰਘ ਸਾਹਿਬਾਨ ਨਾਲ ਬਕਾਇਦਾ ਤਾਲਮੇਲ ਰੱਖਣਾ ਜ਼ਰੂਰੀ ਹੈ। ਜਦ ਵੀ ਹਾਲਾਤ ਇਜਾਜ਼ਤ ਦੇਣ, ਜਥੇਬੰਦਕ ਸ਼ਕਤੀ ਨੂੰ ਸਰਗਰਮ ਕਰਨ ਲਈ ਕੋਈ ਸਟ੍ਰਾਈਕ, ਹੜਤਾਲ, ਪ੍ਰਦਰਸ਼ਨ ਜਾਂ ਇਕੱਠ ਕਰਦੇ ਰਿਹਾ ਕਰੋ। ਇਸ਼ਤਿਹਾਰਾਤ ਕੱਢਣ ਦੀ ਵੀ ਭਾਰੀ ਲੋੜ ਹੈ। ਜਿਵੇਂ ਸਾਨੂੰ ਪਤਾ ਲੱਗਾ ਹੈ ਕਿ ਮਨਜੀਤ ਸਿੰਘ ਕਲਕੱਤਾ ਆਦਿ ਨੇ ਦੇਵੀ ਲਾਲ ਵਾਂਗ ਪੰਜਾਬ ਵਿੱਚ ਸਿੱਖ ਰਾਜ ਸਥਾਪਿਤ ਕਰਨਾ ਹੈ, ਇੱਦਾਂ ਦਾ ਬਿਆਨ ਲਵਾਇਆ। ਅਜਿਹੇ ਸਿਧਾਂਤਹੀਣ ਬਿਆਨ ਦਾ ਵਿਚਾਰਧਾਰਕ ਕਸੌਟੀ ਤੇ ਪੂਰਾ ਉੱਤਰ ਦੀ ਸਟੇਟਮੈਂਟ ਬਿਆਨ ਦੇ ਕੇ ਵਿਰੋਧ ਕਰਨਾ ਚਾਹੀਦਾ ਹੈ। ਜਦ ਮੁੱਢਲੇ ਸਿਧਾਂਤ ਦੀ ਲੀਹ ਤੋਂ ਕੋਈ ਗੱਲ ਪਾਸੇ ਖੜਦਾ ਹੈ ਤਾਂ ਸੱਚ ਬੋਲਣ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ। ਸਗੋਂ ਇਹੋ ਜਿਹੇ ਮੌਕੇ ਹੁੰਦੇ ਹਨ ਜਦ ਤੁਸੀਂ ਜਥੇਬੰਦੀ ਦੀ ਸਹੀ ਸੋਚ ਸੰਗਤ ਸਾਹਮਣੇ ਲਿਆ ਸਕਦੇ ਹੋ। ਸੋ ਡਾਕਟਰ ਅਤੇ ਹੋਰ ਸੂਝਵਾਨ ਪ੍ਰੋਫੈਸਰਾਂ ਆਦਿ ਨੂੰ ਰਲ ਕੇ ਸਾਰੀ ਸਥਿਤੀ ਨੂੰ ਘੋ ਕੇ ਜਥੇਬੰਦਕ ਲਾਈਨ ਸਪਸ਼ਟ ਕਰਦੇ ਰਹਿਣਾ ਚਾਹੀਦਾ ਹੈ। ਸਰਬਜੀਤ ਸੋਢ ਨੂੰ ਲਿਖੇ ਖਤ ਵਿੱਚੋਂ ਅਹੁਦੇ ਯੋਗ ਬੰਦਿਆਂ ਨੂੰ ਹੀ ਦਿੱਤੇ ਜਾਣ।
ਇੱਕ ਗੱਲ ਪੱਕੀ ਮਨ ਵਿੱਚ ਰੱਖਣੀ ਕਿ ਭਾਈ ਅਮਰੀਕ ਸਿੰਘ ਹੋਰਾਂ ਵਾਲਾ ਜ਼ਮਾਨਾ ਨਹੀਂ ਰਿਹਾ। ਤੁਹਾਡੇ ਕੋਲ ਹੀ ਅਯੋਗ ਬੰਦੇ ਦੇ ਨਾਮ ਦੀ ਸਿਫਾਰਿਸ਼ ਕਰਾਉਣ ਦੀ ਕੋਸ਼ਿਸ਼ ਹੋਵੇਗੀ। ਸ਼ਾਇਦ ਤੁਸੀਂ ਮੂੰਹ ਮੁਲਾਜੇ ਨੂੰ ਹਾਂ ਵੀ ਕਰ ਦਿਓ। ਇੰਜ ਤੁਹਾਡਾ ਪ੍ਰਸਤਾਵਿਤ ਨਾਮ ਸਾਡੇ ਕੋਲ ਆ ਜਾਵੇ ਤਾਂ ਅਸੀਂ ਅਧਿਕਾਰਤ ਦਸਤਖਤ ਕਰ ਦਈਏ। ਇਸ ਸੰਬੰਧੀ ਮੇਰੀ ਬੇਨਤੀ ਹੈ ਕਿ ਭਾਵੇਂ ਮੇਰੇ ਪਿਤਾ ਵੀ ਤੁਹਾਨੂੰ ਕਿਸੇ ਬੰਦੇ ਨੂੰ ਜਥੇਬੰਦੀ ਵਿੱਚ ਅੱਗੇ ਲਿਆਉਣ ਲਈ ਕਹਿਣ ਅਤੇ ਤੁਸੀਂ ਉਸ ਬੰਦੇ ਨੂੰ ਅਯੋਗ ਸਮਝਦੇ ਹੋ ਤਾਂ ਤੁਹਾਨੂੰ ਸਪਸ਼ਟ ਨਾ ਕਰ ਦੇਣੀ ਚਾਹੀਦੀ ਹੈ। ਜਥੇਬੰਦਕ ਹਿੱਤ ਇਸੇ ਵਿੱਚ ਹੀ ਹੈ ਅਤੇ ਇਸ ਹਿੱਤ ਕਾਰਨ ਹੀ ਆਪਾਂ ਸਭ ਆਪਣੇ ਜਾਤੀ ਹਿੱਤ ਛੱਡ ਕੇ ਬੈਠੇ ਹਾਂ। ਸੋ ਇਹ ਜ਼ਰੂਰੀ ਹੈ ਕਿ ਮੈਟ ਨੂੰ ਕਦੇ ਵੀ ਸਿਫਾਰਿਸ਼ ਨਾਲ ਪਾਟ ਨਾ ਹੋਣ ਦੇਣਾ ਅਤੇ ਖਾਸ ਕਰਕੇ ਹੇਰਾਫੇਰੀ ਅਤੇ ਚਾਲਬਾਜ਼ੀ ਤੋਂ ਸਾਵਧਾਨ ਰਹਿਣਾ। ਡਾਕਟਰ ਭਗਵਾਨ ਸਿੰਘ ਨੂੰ ਲਿਖੇ ਪੱਤਰ ਵਿੱਚੋਂ। ਜਿਹੜੇ ਤਸ਼ੱਦਦ ਨਹੀਂ ਚੱਲ ਸਕੇ ਉਹਨਾਂ ਨੂੰ ਤਾਨੇ ਮਾਰਨੇ ਠੀਕ ਨਹੀਂ। ਘੱਲੂਘਾਰੇ ਸਮੇਂ ਫੜੇ ਗਏ ਬਹੁਤੇ ਲੋਕਾਂ ਨੇ ਪੁੱਛ ਕੇ ਸਮੇਂ ਕਾਫੀ ਕੁਝ ਦੱਸ ਵੀ ਦਿੱਤਾ ਅਤੇ ਜ਼ਿਆਦਾਤਰ ਦੱਸਣ ਵਾਲਿਆਂ ਦੀਆਂ ਗੱਲਾਂ ਦਾ ਭਾਰ ਹਰਮਿੰਦਰ ਸਿੰਘ ਸੰਧੂ ਉੱਪਰ ਹੀ ਪੈਂਦਾ ਰਿਹਾ ਸੀ। ਪਰ ਹਰਮਿੰਦਰ ਸਿੰਘ ਸੰਧੂ ਨੇ ਇਸ ਦੇ ਬਾਵਜੂਦ CBI ਵਰਗੀਆਂ ਏਜੰਸੀਆਂ ਦੇ ਪੱਲੇ ਕੁਝ ਨਹੀਂ ਪਾਇਆ ਤੇ ਨਾ ਹੀ ਉਸਨੇ ਤਸ਼ੱਦਦ ਨਾ ਚੱਲ ਸਕਣ ਅਤੇ ਕਾਫੀ ਕੁਝ ਉਗਲ ਦੇਣ ਵਾਲਿਆਂ ਤੇ ਦੇ ਕੋਈ ਗਿਲਾ ਹੀ ਕੀਤਾ। ਇੱਥੋਂ ਤੱਕ ਕਿ ਕਿਸੇ ਹੋਰ ਵੱਲੋਂ ਵੀ ਕਿਸੇ ਨੂੰ ਪੁਲਿਸ ਤਸ਼ੱਦਦ ਦਾ ਬਕ ਪੈਣ ਦਾ ਤਾਨਾ ਮਾਰਨ ਨੂੰ ਉਹ ਪਸੰਦ ਨਹੀਂ ਸੀ ਕਰਦਾ। ਇੱਕ ਪੱਤਰ ਵਿੱਚ ਸਰਦਾਰ ਸੰਧੂ ਲਿਖਦਾ ਹੈ, ਸੋ ਕਈ ਦਾਅਵੇ ਕਰਦੇ ਹਨ ਕਿ ਵਿਰਸੇ ਨੇ CBI ਕੋਲ ਕੇਸ ਦੱਸ ਦਿੱਤੇ। ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਕੋਈ ਚੰਦ ਬੰਦੇ ਹੀ ਗੁਰੂ ਆਸਰੇ ਬਚਣ, ਨਹੀਂ ਤਾਂ ਜਿਨ੍ਹਾਂ ਹਾਲਾਤਾਂ ਵਿੱਚ ਸਾਨੂੰ ਇੱਥੇ ਲਿਆਂਦਾ ਗਿਆ ਅਤੇ 3-3 ਮਹੀਨੇ ਗੁਪਤ ਰੱਖਿਆ ਗਿਆ, ਹਰੇਕ ਨੇ ਉਗਲਣਾ ਸੀ। ਅਸੀਂ ਪੁਰਾਣੇ ਸੀ, ਚੱਲ ਗਏ। ਇਹ ਨਵਾਂ ਸੀ। ਘੱਟੋ ਘੱਟ ਆਪਣੀ ਜਥੇਬੰਦੀ ਦੇ ਸਾਰੇ ਸਿੰਘਾਂ ਤੋਂ ਵਾਕਫ ਹਾਂ, ਕੌਣ ਚੱਲ ਸਕਦਾ ਹੈ ਕੌਣ ਨਹੀਂ। ਇਸ ਪੁਆਇੰਟ ਤੇ ਜੇ ਵਿਰਸਾ ਨੈਗੇਟਿਵ ਹੁੰਦਾ ਹੈ ਤਾਂ ਕੁਝ ਚੰਦ ਬੰਦੇ ਹੀ ਬਚਦੇ ਹਨ। ਵੇਰਵਾ ਮੈਂ ਦੇ ਸਕਦਾ ਹਾਂ। ਸਭ ਦੇ ਬਿਆਨ ਅਖੀਰ ਮੇਰੇ ਤੇ ਭੁਗਤਦੇ ਰਹੇ ਹਨ। ਮੈਂ ਸਰੀਰ ਤੇ ਚੱਲਦਾ ਰਿਹਾ ਕਿਉਂਕਿ CBI ਅਤੇ ਬਾਕੀ ਏਜੰਸੀਆਂ ਬਜਿੱਦ ਸਨ। ਇਹ ਸੰਤ ਭਿੰਡਰਾਂ ਵਾਲਿਆਂ ਦੇ ਵਿੱਚੋਂ ਤੂੰ ਹੀ ਜਿੰਦਾ ਹੈ, ਸੋ ਸਾਰੇ ਤੇਰਾ ਨਾਮ ਲੈਂਦੇ ਹਨ। ਪੰਜਾਬ ਭਰ ਵਿੱਚ 1000 ਬੰਦਾ ਗ੍ਰਿਫਤਾਰ ਸੀ। 1000 ਦੇ ਕਰੀਬ ਸਾਡੇ ਨਾਲ ਸੰਬੰਧਿਤ ਸੀ। ਸੋ ਦਸ਼ਮੇਸ਼ ਰੈਜੀਮੈਂਟ ਤੋਂ ਲੈ ਕੇ ਬਾਬੇ ਦੇ ਦਸਤਿਆਂ ਤੱਕ ਦਾ ਜ਼ੋਰ ਮੇਰੇ ਤੇ ਪਾਉਂਦੇ ਸੀ। ਖੈਰ ਛੱਡੋ ਇਹ ਚਰਚਾ। ਮੇਰਾ ਮਕਸਦ ਹੈ ਕਿ ਜਥੇਬੰਦਕ ਢਾਂਚੇ ਅਨੁਸਾਰ ਹੀ ਹਰੇਕ ਨੂੰ ਮਾਣ ਮਿਲੇ। ਡਾਕਟਰ ਭਗਵਾਨ ਸਿੰਘ ਨੂੰ ਲਿਖੇ ਪੱਤਰ ਵਿੱਚੋਂ। ਹਰੇਕ ਕਾਰਕੁਨ ਦੀ ਕਦਰ ਹੋਵੇ। ਹਰਮਿੰਦਰ ਸਿੰਘ ਸੰਧੂ ਨੂੰ ਇਹ ਵੀ ਚਿੰਤਾ ਸੀ ਕਿ ਕਿਤੇ ਸਾਡੇ ਜੇਲ੍ਹ 'ਚ ਹੋਣ ਕਾਰਨ ਕੁਰਬਾਨੀ ਵਾਲੇ ਫੈਡਰੇਸ਼ਨ ਆਗੂਆਂ ਦੀ ਬੇਕਦਰੀ ਨਾ ਹੋਵੇ। ਹਾਲਾਂਕਿ ਉਹ ਖੁਦ ਜੇਲ੍ਹ ਵਿੱਚ ਸੀ, ਪਰ ਸਮੁੱਚੇ ਫੈਡਰੇਸ਼ਨ ਆਗੂਆਂ ਪ੍ਰਤੀ ਵੀ ਉਸ ਨੂੰ ਫਿਕਰ ਸੀ। ਜੇਲ੍ਹ 'ਚੋਂ ਇੱਕ ਪੱਤਰ 'ਚੋਂ ਲਿਖਦਾ ਹੈ, ਇੱਕ ਹੋਰ ਗੱਲ ਜਿਹੜੀ ਗੌਰ ਚਾਹੁੰਦੀ ਹੈ ਉਹ ਹੈ ਕਿ ਸੀਨੀਅਰਤਾ ਦੀ ਇੱਕ ਗਲਤੀ ਆਪਾਂ ਕਦੀ ਨਾ ਕਰ ਬੈਠੀਏ ਕਿ ਜੋ ਜਥੇਬੰਦੀ ਦੇ ਆਗੂ ਜਾਂ ਵਰਕਰ ਸਾਕਾ ਨੀਲਾ ਤਾਰਾ ਬਾਅਦ ਵੀ ਇੱਕ ਸੁਰ ਹੋ ਕੇ ਤੁਰੇ ਰਹੇ, ਜੇਲ੍ਹਾਂ ਵਿੱਚ ਬੰਦ ਹਨ, ਭਗੌੜੇ ਹਨ ਜਾਂ ਵਿਦੇਸ਼ਾਂ ਵਿੱਚ ਹਨ, ਉਹਨਾਂ ਨੂੰ ਜਥੇਬੰਦਕ ਢਾਂਚੇ ਵਿੱਚ ਸਟੇਟਸ ਉਸੇ ਤਰ੍ਹਾਂ ਬਹਾਲ ਰਹਿਣਾ ਚਾਹੀਦਾ। ਉਦਾਹਰਨ ਵਜੋਂ ਵੀਰ ਅਤਿੰਦਰਪਾਲ ਸਿੰਘ, ਸਰਬਜੀਤ ਸਿੰਘ ਜੰਮੂ, ਹਰਜਿੰਦਰਪਾਲ ਸਿੰਘ ਨਾਗਰਾ, ਅਵਤਾਰ ਸਿੰਘ ਖਾਲਸਾ ਆਦਿ ਪੁਰਾਣੇ ਅਹੁਦੇਦਾਰ ਅਤੇ ਆਗੂ 1984 ਦੇ ਕਾਂਡ ਤੋਂ ਹੀ ਜਥੇਬੰਦੀ ਦੀ ਖਾਤਰ ਘਰੋਂ ਬੇਘਰ ਹਨ। ਅੱਜ ਜੇ ਆਪਾਂ ਉਹਨਾਂ ਦੇ ਸਟੇਟਸ ਜਾਂ ਮਾਣ ਸਤਿਕਾਰ ਨੂੰ ਬਹਾਲ ਨਾ ਰੱਖ ਸਕੇ ਤਾਂ ਕੌਣ ਰੱਖੇਗਾ। ਸੋ ਇਵੇਂ ਹੀ ਜਿਨ੍ਹਾਂ ਨੇ ਪ੍ਰੈਜ਼ੀਡੀਅਮ ਦੇ ਮੈਂਬਰ ਬਣ ਕੇ ਜ਼ਿਲ੍ਹਿਆਂ ਵਿੱਚ ਕੰਮ ਨੂੰ ਤੋਰੀ ਰੱਖਿਆ ਹੈ, ਉਹਨਾਂ ਪ੍ਰਤੀ ਵੀ ਉਹਨਾਂ ਦੇ ਯੋਗਦਾਨ ਅਨੁਸਾਰ ਜਥੇਬੰਦਕ ਢਾਂਚੇ ਵਿੱਚ ਥਾਂ ਬਣੀ ਰਹਿਣੀ ਚਾਹੀਦੀ ਹੈ। ਡਾਕਟਰ ਭਗਵਾਨ ਸਿੰਘ ਨੂੰ ਲਿਖੇ ਇੱਕ ਪੱਤਰ ਵਿੱਚੋਂ। ਕਿਤਾਬ ਰੋਸ਼ਨ ਦਿਮਾਗ ਭਾਈ ਹਰਮਿੰਦਰ ਸਿੰਘ ਸੰਧੂ, ਲੇਖਕ ਬਲਜੀਤ ਸਿੰਘ ਖਾਲਸਾ। ਤੁਸੀਂ ਸੁਣ ਰਹੇ ਸੀ 25ਵਾਂ ਭਾਗ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।